ਨਦਾਰੇ ਬਖਸ਼ਿਸ਼ ਕੀਤੇ ਨੇ। 10 ਮਿੰਟਾਂ ਲਈ ਗੁਰਮਤਿ ਵਿਚਾਰਾ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ। ਗੁਰਦੁਆਰਾ ਕਰਮਸਰ ਰਾੜਾ ਸਾਹਿਬ ਤੋਂ ਜੱਥਾ ਪਹੁੰਚਿਆ। ਭਾਈ ਮਨਵੀਰ ਸਿੰਘ ਜੀ ਰਾੜਾ ਸਾਹਿਬ ਵਾਲੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਤਾਂ ਸੰਗ ਵਿਹਾਵੇ ਜੀ, ਸੰਤਾਂ ਸੰਗ ਵਿਹਾਵੇ ਜੀ, ਸੰਗ ਵਿਹਾਵੇ ਜੀ, ਸੰਤਾਂ ਸੰਗ ਵਿਹਾਵੇ ਜੀ। ਸੰਤਾਂ ਸੰਗ ਵਿਹਾਵੇ ਜੀ, ਸੰਤਾਂ ਸੰਗ ਵਿਹਾਵੇ, ਸੰਤਾਂ ਸੰਗ ਵਿਹਾਵੇ ਜੀ, ਸੰਤਾਂ ਸੰਗ ਵਿਹਾਵੇ ਜੀ। ਹੋ ਕਿਰਪਾਲ ਸੁਆਮੀ ਮੇਰੇ, ਹੋ ਕਿਰਪਾਲ ਸੁਆਮੀ ਮੇਰੇ। ਹੋ ਕਿਰਪਾਲ ਸੁਆਮੀ ਮੇਰੇ, ਹੋ ਕਿਰਪਾਲ ਸੁਆਮੀ ਮੇਰੇ। ਸੰਤਾਂ ਸੰਗ ਵਿਹਾਵੇ ਜੀ, ਸੰਤਾਂ ਸੰਗ ਵਿਹਾਵੇ ਜੀ, ਸੰਗ ਵਿਹਾਵੇ ਜੀ, ਸੰਗ ਵਿਹਾਵੇ ਜੀ। ਪਰਮ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋ ਕਿਰਪਾਲ ਸੁਆਮੀ ਮੇਰੇ, ਸੰਤਾਂ ਸੰਗ ਵਿਹਾਵੇ। ਤੁਦਹੁ ਭੁੱਲੇ ਸੇ ਜਮ ਜਮ ਮਰਦੇ, ਤਨ ਕਦੇ ਨਾ ਚੁੱਕਣ ਹਾਵੇ। ਸਾਧ ਸੰਗਤ ਜੀ, ਆਪਣੇ ਬਹੁਤ ਵੱਡੇ ਭਾਗ ਨੇ। ਆਪਾਂ ਨੂੰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਪਵਿੱਤਰ ਦਰਬਾਰ ਦੀ ਹਾਜ਼ਰੀ ਭਰਦੇ ਹੋਏ ਪੂਰਨ ਮਹਾਂਪੁਰਖਾਂ ਦੀ ਯਾਦ ਮਨਾਉਣ ਦਾ ਸੁਭਾਗਾ ਸਮਾਂ ਮਿਲਿਆ ਹੈ। ਬੇਅੰਤ ਮਹਾਂਪੁਰਖਾਂ ਕੋਲੋਂ ਵਿਚਾਰਾਂ ਸਰਵਣ ਕਰ ਲਈਆਂ ਨੇ, ਬੇਅੰਤ ਮਹਾਂਪੁਰਖਾਂ ਕੋਲੋਂ ਹੋਰ ਸਰਵਣ ਕਰਨੀਆਂ ਨੇ। ਦਾਸ ਦਾ ਸਾਧ ਸੰਗਤ ਜੀ ਇਹੀ ਸਮਝਦਾ ਹੈ ਕਿ ਆਪਣੇ ਤੋਂ ਵੱਡੇ ਹੋਰ ਭਾਗ ਕਿਸੇ ਦੇ ਹੋ ਨਹੀਂ ਸਕਦੇ। ਆਪਾਂ ਨੂੰ ਰਾੜਾ ਸਾਹਿਬ ਵਰਗੇ ਮਹਾਂਪੁਰਖਾਂ ਦਾ ਸੰਗ ਮਿਲਿਆ। ਉਹਨਾਂ ਵਰਗੇ ਮਹਾਂਪੁਰਖਾਂ ਦੀ ਕਿਰਪਾ ਦੇ ਪਾਤਰ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ। ਆਪਾਂ ਐਸੇ ਪੂਰਨ ਮਹਾਂਪੁਰਖਾਂ ਦੇ ਦਰ ਦੇ ਕੂਕਰ ਹਾਂ, ਜਿਨ੍ਹਾਂ ਮਹਾਂਪੁਰਖਾਂ ਨੂੰ ਕਾਰਕ ਮਹਾਂਪੁਰਖ ਕਿਹਾ ਜਾਂਦਾ ਹੈ। ਸੰਸਾਰ ਦੇ ਲੋਕ, ਦੁਨੀਆ ਦੇ ਲੋਕ, ਸਾਧ ਸੰਗਤ ਜੀ ਗੁਰੂ ਪਾਤਸ਼ਾਹ ਮਹਾਰਾਜ ਤੋਂ ਬੇਅੰਤ ਮੰਗਾਂ ਮੰਗਦੇ ਨੇ। ਕੋਈ ਦੁੱਧ ਮੰਗਦਾ ਹੈ, ਕੋਈ ਪੁੱਤ ਮੰਗਦਾ ਹੈ, ਕੋਈ ਦੁਨੀਆ ਦੇ ਸੁੱਖ ਮੰਗਦਾ ਹੈ, ਕੋਈ ਵਡਿਆਈਆਂ ਚਾਹੁੰਦਾ ਹੈ, ਕੋਈ ਮਾਇਆ ਮੰਗਦਾ ਹੈ, ਕੋਈ ਦੇਸ਼ ਵਿਦੇਸ਼ ਮੰਗਦਾ ਹੈ।
ਪਤਾ ਨਹੀਂ ਕਿੰਨੀਆਂ ਕੁ ਮੰਗਾਂ ਨੇ ਹਰ ਇੱਕ ਦੀਆਂ ਸਾਧ ਸੰਗਤ। ਪਰ ਮਹਾਰਾਜ ਕਹਿੰਦੇ ਵੀ ਇੱਕ ਮੰਗ ਐਸੀ ਹੁੰਦੀ ਹੈ ਜਿਹਨੂੰ ਮੰਗ ਕੇ ਕੁਝ ਵੀ ਮੰਗਣ ਦੀ ਲੋੜ ਹੀ ਨਹੀਂ ਪੈਂਦੀ। ਸਾਡੀ ਉਮਰ ਤਾਂ ਘੱਟ ਹੈ ਸਾਧ ਸੰਗਤ, ਤੁਸੀਂ ਸਾਰੇ ਸਾਡੇ ਬਜ਼ੁਰਗ ਸਾਡੇ ਸਿਰ ਦੇ ਤਾਜ ਬੈਠੇ ਹੋ, ਸਾਡੀਆਂ ਮਾਤਾਵਾਂ ਸਾਡੇ ਬਜ਼ੁਰਗ। ਸਿਆਣੇ ਕਹਿੰਦੇ ਹੁੰਦੇ ਆ ਵੀ ਹਾਥੀ ਦੀ ਪੈੜ ਵਿੱਚ ਸਾਰੀਆਂ ਪੈੜਾਂ ਆ ਜਾਂਦੀਆਂ ਨੇ। ਪਰਮੇਸ਼ਰ ਦਾ ਨਾਮ ਸਾਧ ਸੰਗਤ ਜੀ ਹਾਥੀ ਦੀ ਪੈੜ ਹੈ। ਪਰ ਇਹ ਸਾਧ ਸੰਗਤ ਜਣੇ ਖਣੇ ਨੂੰ ਮਿਲਦਾ ਵੀ ਨਹੀਂ ਹੈ। ਹਰ ਇੱਕ ਦੇ ਭਾਗ ਵਿੱਚ ਇਹ ਵੀ ਨਹੀਂ ਹੁੰਦਾ। ਪਰ ਸਾਧ ਸੰਗਤ ਜੀ ਜਿਹਨੂੰ ਪੂਰੇ ਮਹਾਂਪੁਰਖਾਂ ਦੀ ਸੰਗਤ ਮਿਲ ਜਾਏ, ਜਿਹਦੇ ਤੇ ਐਸੇ ਮਹਾਂਪੁਰਖਾਂ ਦੀ, ਦੇਖੋ ਸੰਤ ਮਹਾਰਾਜ ਜੀ ਤਾਂ ਕਾਰਕ ਮਹਾਂਪੁਰਖ ਹੋਏ ਹੀ ਨੇ, ਜਿਹੜੇ ਉਹਨਾਂ ਦੇ ਅੱਗੇ ਸੇਵਕ ਨੇ ਉਹ ਵੀ ਸੰਤ ਹੀ ਨੇ ਸਾਰੇ। ਸਤਿਕਾਰਯੋਗ ਸੰਤ ਬਾਬਾ ਭਜਨ ਸਿੰਘ ਜੀ, ਜਿਨ੍ਹਾਂ ਦੀ ਆਪਾਂ ਯਾਦ ਵਿੱਚ ਬੈਠੇ ਹਾਂ, ਐਸੇ ਮਹਾਂਪੁਰਖਾਂ ਦੀ ਕਿਤੇ ਨਿਗਾਹ ਵੀ ਪੈ ਜਾਏ ਸਾਧ ਸੰਗਤ ਜੀ, ਬਹੁਤ ਵੱਡੀ ਗੱਲ ਹੁੰਦੀ ਹੈ। ਪਰ ਇਹ ਨਾਮ ਦੀ ਦਾਤ ਉਹਨਾਂ ਦੀ ਕਿਰਪਾ ਦੇ ਪਾਤਰ ਉਦੋਂ ਬਣੀਦਾ ਸਾਧ ਸੰਗਤ ਜਦੋਂ ਮਹਾਂਪੁਰਖਾਂ ਦੀ ਖੁਸ਼ੀ ਹੋ ਜਾਏ। ਹੁਣ ਹਰ ਇੱਕ ਤੇ ਖੁਸ਼ੀ ਵੀ ਨਹੀਂ ਹੁੰਦੀ। ਇਹ ਹੁਣ ਆਪਣੀ ਮਰਜ਼ੀ ਹੁੰਦੀ ਹੈ ਸਾਧ ਸੰਗਤ ਜੀ ਵੀ ਖੁਸ਼ੀ ਲੈਣੀ ਹੈ ਜਾਂ ਨਾਰਾਜ਼ਗੀ ਲੈਣੀ ਹੈ। ਇੰਨੀ ਕੁ ਮਰਜ਼ੀ ਦਾ ਮਾਲਕ ਤਾਂ ਇਨਸਾਨ ਆਪ ਹੈ। ਚਾਹੇ ਕੋ ਸੰਗਤ ਵਿੱਚ ਜਾ ਕੇ ਸਮਾਂ ਬਰਬਾਦ ਕਰ ਲਵੇ, ਚਾਹੇ ਸਤ ਸੰਗਤ ਵਿੱਚ ਬਹਿ ਕੇ ਆਪਣਾ ਸਮਾਂ ਸਫਲਾ ਕਰ ਲਵੇ। ਇਹ ਇੰਨੀ ਕੁ ਮਰਜ਼ੀ ਅਕਾਲ ਪੁਰਖ ਨੇ ਬੰਦੇ ਨੂੰ ਆਪਦੀ ਦਿੱਤੀ ਹੈ ਵੀ ਭਾਈ ਤੂੰ, ਇਹ ਤੇਰੀ ਮਰਜ਼ੀ ਹੈ, ਚੰਗੇ ਕਰ ਮਾੜੇ ਕਰ, ਤੇਰੇ ਹੀ ਨੇ ਕਰਮ ਇਹ। ਭਾਈ ਗੁਰਦਾਸ ਸਾਹਿਬ ਜੀ ਦਾ ਆਪਾਂ ਇੱਕ ਕਵਿਤ ਸਵਈਆ ਪੜ੍ਹਦੇ ਹਾਂ ਸਾਧ ਸੰਗਤ, ਬੜੀ ਸੋਹਣੀ ਗੱਲ ਉਹਨਾਂ ਨੇ ਕਹੀ ਹੈ ਇੱਥੇ। ਚੰਬੇ ਦੀ ਵੇਲ ਦਾ ਬੂਟਾ ਹੁੰਦਾ ਹੈ ਸਾਧ ਸੰਗਤ, ਉਹਦਾ ਬਹੁਤ ਵੱਡਾ ਵਿਸਥਾਰ ਹੁੰਦਾ ਹੈ। ਵੇਲਾਂ ਕਈ ਤਰ੍ਹਾਂ ਦੀਆਂ ਹੁੰਦੀਆਂ ਨੇ, ਪਰ ਇੱਥੇ ਚੰਬੇ ਦੀ ਵੇਲ, ਜੈਸੇ ਤੋ ਚੰਪਕ ਬੇਲ ਵਿਵਿਧ ਵਿਥਾਰ ਚਾਰ, ਵਾਸਨਾ ਪ੍ਰਗਟ ਹੋਤ ਫੁੱਲ ਹੀ ਮੈਂ ਜਾਏ ਕਹਿ। ਚੰਬੇ ਦੀ ਵੇਲ ਦੇ ਪੱਤਿਆਂ 'ਚੋਂ ਤਾਂ ਵਾਸਨਾ ਆਉਣੀ ਨਹੀਂ ਸਾਧ ਸੰਗਤ। ਜੇ ਆਪਾਂ ਨੂੰ ਆਪਾਂ ਪਤਾ ਕਰਨਾ ਵੀ ਚੰਬੇ ਦੇ ਫੁੱਲਾਂ ਦੀ ਕਿਹੋ ਜਿਹੀ ਵਾਸਨਾ ਹੁੰਦੀ ਹੈ, ਤਾਂ ਉਹਦੇ ਫੁੱਲ ਨੂੰ ਸੁੰਘਣਾ ਪੈਣਾ, ਫਿਰ ਪਤਾ ਲੱਗਣਾ ਵੀ ਚੰਬੇ ਦੇ ਫੁੱਲਾਂ ਦੀ ਜਿਹੜੀ ਵਾਸਨਾ ਕਿਹੋ ਜਿਹੀ ਹੁੰਦੀ ਹੈ। ਕੋਈ ਉਹਨੂੰ ਦੇਖ ਕੇ ਕਹੀ ਜਾਵੇ, ਉਹਨੂੰ ਫਿਰ ਵਾਸਨਾ ਦਾ ਪਤਾ ਨਹੀਂ ਲੱਗਣਾ। ਇਸੇ ਤਰ੍ਹਾਂ ਮਹਾਰਾਜ ਫਿਰ ਅੱਗੇ ਭਾਈ ਗੁਰਦਾਸ ਜੀ ਕਹਿੰਦੇ, ਜੈਸੇ ਦਰੁਮ ਦੀਰਘ ਸਵਰੂਪ ਦੇਖੀਐ ਪ੍ਰਸਿੱਧ। ਕੋਈ ਦਰਖਤ ਹੋਵੇ ਸਾਧ ਸੰਗਤ ਜੀ, ਕਿਸੇ ਨੂੰ ਕੌੜੇ ਫਲ ਲੱਗਦੇ ਨੇ, ਕਿਸੇ ਨੂੰ ਮਿੱਠੇ ਲੱਗਦੇ ਨੇ, ਦੇਖਣ ਨੂੰ ਬੜਾ ਕੋਈ ਵੱਡੇ ਵਿਸਥਾਰ ਵਾਲਾ ਦਰਖਤ ਹੋਵੇ। ਜੈਸੇ ਦਰੁਮ ਦੀਰਘ ਸਵਰੂਪ ਦੇਖੀਐ ਪ੍ਰਸਿੱਧ, ਸਵਾਦ ਰਸ ਹੋਤ ਫਲ ਹੀ ਮੈਂ ਪੁੰਨ ਆਏ ਕਹਿ। ਕਿਸੇ ਨੂੰ ਕੀ ਪਤਾ ਵੀ ਇਹ ਦਰਖਤ ਦੇ ਫਲ ਕੌੜੇ ਨੇ ਜਾਂ ਮਿੱਠੇ ਨੇ, ਉਹ ਤਾਂ ਹੁਣ ਆਪਾਂ ਫਲ ਤੋੜ ਕੇ ਖਾਵਾਂਗੇ ਸਾਧ ਸੰਗਤ, ਤਾਂ ਹੀ ਪਤਾ ਲੱਗਣਾ ਵੀ ਕੌੜਾ ਕਿ ਮਿੱਠਾ। ਫਲ ਖਾਣਾ ਪੈਣਾ ਸਾਧ ਸੰਗਤ, ਫੇਰ ਹੀ ਉਹਦੀ ਭਾਸ਼ਣਾ ਆਪਾਂ ਨੂੰ ਭਾਸ਼ਣੀ ਹੈ ਵੀ ਇਹ ਕੌੜਾ ਸੀ ਕਿ ਮਿੱਠਾ ਸੀ। ਤੀਜਾ ਬਚਨ ਕਰਕੇ ਕਹਿੰਦੇ ਹਨ, ਜੈਸੇ ਗੁਰ ਗਿਆਨ ਰਾਗ ਨਾਦ ਹਿਰਦੈ ਬਸਤ। ਕਹਿੰਦੇ ਦੇਖੋ ਕਿੰਨੇ ਗੁਰੂ ਦੇ ਗਿਆਨ ਨੂੰ ਪ੍ਰਾਪਤ ਕਰਨ ਵਾਲੇ ਮਹਾਂਪੁਰਖ ਹੋਏ ਨੇ, ਰਾਗੀ ਸਿੰਘ ਹੋਏ ਨੇ, ਕਥਾਵਾਚਕ ਹੋਏ ਨੇ, ਕਿੰਨੇ ਪ੍ਰਚਾਰਕ ਹਨ। ਜਿਵੇਂ ਹਰ ਇੱਕ ਦੇ ਹਿਰਦੇ ਦੇ ਵਿੱਚ, ਰਾਗੀ ਸਿੰਘਾਂ ਦੇ ਹਿਰਦੇ ਵਿੱਚ ਰਾਗ ਵਸਦਾ ਹੈ, ਉਹਨਾਂ ਨੇ ਰਾਗ ਪ੍ਰਾਪਤ ਕੀਤਾ, ਰਾਗ ਦੀ ਵਿੱਦਿਆ ਲਈ ਹੈ। ਉਦੋਂ ਤੱਕ ਤਾਂ ਪਤਾ ਲੱਗਣਾ ਨਹੀਂ ਸਾਧ ਸੰਗਤ, ਜਦੋਂ ਤੱਕ ਉਹ ਗਾ ਕੇ ਸੁਣਾਉਂਦੇ ਨਹੀਂ। ਜੇ ਉਹ ਸੁਣਾਉਣਗੇ ਫੇਰ ਹੀ ਪਤਾ ਲੱਗੂ ਵੀ ਕਿਹੋ ਜਿਹਾ ਰਾਗ ਆਉਂਦਾ ਇਹਨਾਂ ਨੂੰ। ਕੋਈ ਗਿਆਨੀ ਸਿੰਘ ਹੈ ਸਾਧ ਸੰਗਤ ਜੀ, ਉਹ ਆਪਾਂ ਨੂੰ ਉਦੋਂ ਤੱਕ ਨਹੀਂ ਪਤਾ ਲੱਗਣਾ ਵੀ ਇਹਦੇ ਹਿਰਦੇ 'ਚ ਕਿੱਡਾ ਕੁ ਗਿਆਨ ਹੈ, ਜਦ ਤੱਕ ਆਪਾਂ ਨੂੰ ਬੋਲ ਕੇ ਸੁਣਾਉਂਦਾ ਨਹੀਂ। ਇੱਥੇ ਭਾਈ ਸਾਹਿਬ ਜੀ ਇਹ ਕਹਿੰਦੇ ਨੇ, ਜੈਸੇ ਗੁਰ ਗਿਆਨ ਰਾਗ ਨਾਦ ਹਿਰਦੈ ਬਸਤ। ਦੇਖੋ ਕਹਿੰਦੇ ਗੁਰੂ ਕੇ ਪਿਆਰਿਆਂ ਦੇ ਹਿਰਦੇ ਵਿੱਚ ਰਾਗ ਨਾਦ, ਗੁਰ ਕੀ ਬਾਣੀ ਦੀ ਵਿਚਾਰ ਵਸਦੀ ਹੈ। ਪਰ ਜਦੋਂ ਤੱਕ ਉਹ ਪ੍ਰਚਾਰਕ, ਉਹ ਰਾਗੀ, ਉਹ ਗੁਰੂ ਕਾ ਪਿਆਰਾ, ਉਹ ਮਹਾਂਪੁਰਖ ਕਰਤ
ਪ੍ਰਕਾਸ਼ ਤਾਸ ਰਸਨਾ ਰਸਾਇਕ ਹੈ। ਜਦੋਂ ਤੱਕ ਆਪਣੀ ਰਸਨਾ ਨੂੰ ਰਸਾ ਕੇ, ਲਫ਼ਜ਼ਾਂ ਨੂੰ ਪੂਰੇ ਸਵਾਦੀਕ ਬਣਾ ਕੇ ਸੰਗਤ ਦੇ ਸਾਹਮਣੇ ਨਹੀਂ ਰੱਖਦਾ, ਉਦੋਂ ਤੱਕ ਆਪਾਂ ਨੂੰ ਪਤਾ ਹੀ ਨਹੀਂ ਲੱਗਣਾ। ਭਾਵੇਂ ਉਹਦੇ ਹਿਰਦੇ ਵਿੱਚ ਵਸਦੇ ਨੇ, ਪਰ ਜਦੋਂ ਆਪਣੇ ਸਾਹਮਣੇ ਰੱਖੂਗਾ, ਆਪਾਂ ਨੂੰ ਸੁਣਾਊਗਾ, ਫੇਰ ਹੀ ਪਤਾ ਲੱਗਣਾ ਨਾ ਆਪਾਂ ਨੂੰ, ਫੇਰ ਹੀ ਉਹਦਾ ਰਾਗ ਆਨੰਦ ਪ੍ਰਾਪਤ ਹੋਣਾ, ਫੇਰ ਹੀ ਉਹਦੀ ਵਿਚਾਰ ਆਪਣੇ ਹਿਰਦੇ 'ਚ ਪੈਣੀ ਹੈ। ਕਹਿੰਦੇ ਵੀ ਉਹਨੂੰ ਸੁਣਨਾ ਪੈਣਾ, ਫੇਰ ਪਤਾ ਲੱਗਣਾ। ਫਿਰ ਇਹ ਇੰਨੀਆਂ ਗੱਲਾਂ ਕਹਿ ਕੇ ਚੌਥੀ ਗੱਲ ਕਹਿੰਦੇ ਨੇ, ਤੈਸੇ ਘਟ ਘਟ ਵਿਖੈ ਪੂਰਨ ਬ੍ਰਹਮ ਰੂਪ। ਆਪਾਂ ਕਹਿੰਦੇ ਆ ਨਾ ਵੀ ਸਾਰੇ ਕਿਤੇ ਪਰਮੇਸ਼ਰ ਵਸਦਾ, ਮਿੱਟੀ ਦੇ ਕਣ ਕਣ ਵਿੱਚ ਮੌਜੂਦ ਹੈ, ਆਪਾਂ ਕਹਿੰਦੇ ਆ ਨਾ। ਪਰ ਜਦੋਂ ਪਾਪ ਕਰੀਦਾ ਉਦੋਂ ਫਿਰ ਸਮਝਦੇ ਆ ਵੀ ਪਰਮੇਸ਼ਰ ਨਹੀਂ ਕਿਤੇ, ਫਿਰ ਭੁੱਲ ਜਾਂਦੇ ਆ। ਧੰਨੇ ਨੂੰ ਪੱਥਰ 'ਚੋਂ ਮਿਲ ਗਿਆ ਸੀ। ਸਾਧ ਸੰਗਤ, ਪਰਮੇਸ਼ਰ ਨੂੰ ਕਿਸੇ ਪੱਥਰਾਂ 'ਚੋਂ ਪ੍ਰਗਟ ਹੋਣ ਦੀ ਲੋੜ ਨਹੀਂ ਹੈ। ਉਹ ਤਾਂ ਮਿੱਟੀ ਦੇ ਕਣ 'ਚੋਂ ਵੀ, ਉਹਨੂੰ ਮਿੱਟੀ ਦੇ ਕਣ ਦੀ ਵੀ ਲੋੜ ਨਹੀਂ, ਵੈਸੇ ਹੀ ਪ੍ਰਗਟ ਹੋ ਸਕਦਾ ਹੈ। ਗੱਲ ਫਲ ਤਾਂ ਸ਼ਰਧਾ ਨੂੰ ਇਹ ਲੱਗਣਾ ਨਾ, ਉੱਥੇ ਚਾਹੇ ਪੱਥਰ ਹੋਵੇ, ਚਾਹੇ ਕੋਈ ਲੱਕੜੀ ਦਾ ਡੱਕਾ ਰੱਖਿਆ ਹੋਵੇ। ਸ਼ਰਧਾ ਨੇ ਤਾਂ ਮਿੱਟੀ ਦੇ ਕਣ 'ਚੋਂ ਵੀ ਪ੍ਰਾਪਤ ਕਰ ਲੈਣਾ ਹੈ, ਪੱਥਰਾਂ 'ਚੋਂ ਵੀ। ਪਰ ਜੇ ਇੱਕ ਪਾਸੇ ਵਿਚਾਰ ਕਰਕੇ ਦੇਖੀਏ, ਪਰਮੇਸ਼ਰ ਹੈ ਕਿੱਥੇ ਨਹੀਂ, ਪੱਥਰਾਂ ਵਿੱਚ ਵੀ ਹੈ, ਮਿੱਟੀ ਦੇ ਕਣਾਂ ਵਿੱਚ ਵੀ ਹੈ। ਪਰ ਮਹਾਰਾਜ ਇੱਥੇ ਪੱਥਰਾਂ ਨੂੰ ਪੂਜਣ ਦੀ ਤਾਕੀਦ ਨਹੀਂ ਕਰਦੇ। ਸਤਿਗੁਰ ਜਾਗਤਾ ਹੈ ਦਿਓ। ਪਰ ਇੱਥੇ ਸਾਧ ਸੰਗਤ ਜੀ ਬਹੁਤਾ ਇਹੋ ਵਿਡਾਣ ਵਾਲੀ ਗੱਲ ਭਾਈ ਸਾਹਿਬ ਜੀ ਕਰਦੇ ਨੇ। ਕਹਿੰਦੇ ਦੇਖੋ, ਆਪਾਂ ਸਾਰੇ ਕਹਿੰਦੇ ਆ ਵੀ ਪਰਮੇਸ਼ਰ ਹਰ ਜਗ੍ਹਾ ਮੌਜੂਦ ਹੈ। ਤੈਸੇ ਘਟ ਘਟ ਵਿਖੈ ਪੂਰਨ ਬ੍ਰਹਮ ਰੂਪ। ਆਪਣਾ ਸਮਾਂ ਹੋ ਗਿਆ। ਕਹਿੰਦੇ ਪਰ ਉਹ ਪਰਮੇਸ਼ਰ ਨੂੰ ਦੇਖੀਏ ਕਿਵੇਂ, ਉਹਦੇ ਨਾਮ ਦਾ ਰਸ ਲਈਏ ਕਿਵੇਂ, ਉਹਦੇ ਘਰ ਦਾ ਆਨੰਦ ਕਿਵੇਂ ਮਾਣੀਏ, ਕਿਵੇਂ ਪਤਾ ਲੱਗੇ ਵੀ ਮਹਾਰਾਜ ਦੇ ਕਿੱਡੇ ਵੱਡੇ ਭੰਡਾਰੇ ਨੇ, ਕਿੰਨੀਆਂ ਵੱਡੀਆਂ ਵੱਡੀਆਂ ਦਾਤਾਂ ਨੇ, ਉਹਨਾਂ ਦਾਤਾਂ ਨੂੰ ਪ੍ਰਾਪਤ ਕਿਵੇਂ ਕਰੀਏ। ਕਹਿੰਦੇ ਫਿਰ ਤੁਹਾਨੂੰ ਜਾਣਾ ਪੈਣਾ ਕਿਸੇ ਪੂਰਨ ਮਹਾਂਪੁਰਖ ਦੇ ਕੋਲ। ਤੈਸੇ ਘਟ ਘਟ ਵਿਖੈ ਪੂਰਨ ਬ੍ਰਹਮ ਰੂਪ। ਕਹਿੰਦੇ ਹੈ ਮੌਜੂਦ ਪਰਮੇਸ਼ਰ ਹਰ ਇੱਕ ਜਗ੍ਹਾ ਤੇ, ਪਰ ਕਰਤ ਪ੍ਰਤਿਅਛ ਮਹਾਂਪੁਰਖ ਮਨਾਇਕ ਹੈ। ਮਹਾਂਪੁਰਖ ਕਿਵੇਂ ਮੰਨੂਗਾ ਸਾਧ ਸੰਗਤ ਜੀ? ਸਤ ਸੰਗਤ ਵਿੱਚ ਪ੍ਰਵਿਰਤ ਹੋ ਕੇ, ਉਹਨਾਂ ਦੇ ਦੱਸੇ ਮਾਰਗ ਤੇ ਚੱਲ ਕੇ, ਗੁਰੂ ਕੀ ਬਾਣੀ ਔਰ ਬਾਣੇ ਦੇ ਧਾਰਨੀ ਹੋ ਕੇ, ਮਹਾਂਪੁਰਖਾਂ ਦੀ ਕਹੀ ਹੀ ਗੱਲ ਤੇ ਪੂਰੇ ਤੱਤ ਪਰ ਖੜ ਕੇ, ਸੰਤ ਬਾਬਾ ਭਜਨ ਸਿੰਘ ਜੀ ਮਹਾਰਾਜ, ਸਾਧ ਸੰਗਤ ਮਹਾਂਪੁਰਖ ਸਾਰਿਆਂ ਨੇ ਦਰਸ਼ਨ ਕੀਤੇ ਨੇ। ਤੁਸੀਂ ਸਾਡੇ ਨਾਲੋਂ ਵੱਧ ਕੀਤੇ ਹੋਣੇ, ਅਸੀਂ ਥੋੜੇ ਘੱਟ ਕੀਤੇ ਹੋਣਗੇ। ਪਰ ਸਾਧ ਸੰਗਤ ਜੀ ਮਹਾਂਪੁਰਖਾਂ ਦੇ ਕੋਲ ਬਹਿ ਕੇ ਹੀ ਪਤਾ ਲੱਗਦਾ ਉਹਨਾਂ ਗੱਲਾਂ ਦਾ ਵੀ ਕਿਹੋ ਜਿਹੀ ਕਿਰਪਾ ਕਿਵੇਂ ਵਰਤਦੀ ਹੈ। ਸੰਤ ਬਾਬਾ ਅਮਰ ਸਿੰਘ ਜੀ ਜੋ ਰਾੜਾ ਸਾਹਿਬ ਦੇ ਮੁੱਖ ਕਥਾਵਾਚਕ ਨੇ, ਹੁਣ ਤੱਕ ਸਾਧ ਸੰਗਤ ਜੀ ਕਿ ਕੋਈ ਮੂੰਹ 'ਤੇ ਵਡਿਆਈ ਵਾਲੀ ਗੱਲ ਨਹੀਂ ਵੀ ਇੱਥੇ ਕੋਈ ਆਪਾਂ ਵਡਿਆਈ ਕਰਕੇ ਕਿਸੇ ਨੂੰ ਉੱਚਾ ਜਾਂ ਨੀਵਾਂ ਕਰਨਾ ਹੈ। ਨਹੀਂ, ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਗੱਲ ਆਖੀ ਜਾ ਸਕਦੀ ਹੈ ਕਿ ਮਹਾਂਪੁਰਖਾਂ ਨੇ ਜਿਹੜੀ ਸੇਵਾ ਬਾਬਾ ਜੀ ਦੀ ਲਾਈ ਹੁਣ ਤੱਕ ਕਰ ਰਹੇ ਨੇ ਔਰ ਕਰਦੇ ਹੀ ਰਹਿਣਗੇ। ਫਿਰ ਕਿਰਪਾ ਵੀ ਤਾਂ ਇਸੇ ਤਰ੍ਹਾਂ ਹੀ ਮਿਲਦੀ ਆ ਨਾ ਸਾਧ ਸੰਗਤ ਜੀ। ਭੋਰਾ ਸਾਹਿਬ ਵਾਲੇ ਮਹਾਂਪੁਰਖ ਆਪਣੇ ਸੰਤ ਬਾਬਾ ਤੇਜਾ ਸਿੰਘ ਜੀ ਮਹਾਰਾਜ, ਜਿੱਥੇ ਵੱਡੇ ਮਹਾਰਾਜ ਨੇ ਡਿਊਟੀ ਲਾਤੀ, ਦਿਨ ਰਾਤ ਇੱਕ ਕਰ ਦਿੱਤੀ, ਪਰ ਸਾਧ ਸੰਗਤ ਜੀ ਇੱਕ ਵੀ ਬਚਨ ਤੋਂ ਕੁਤਾਹੀ ਨਹੀਂ ਕੀਤੀ ਮਹਾਂਪੁਰਖਾਂ ਨੇ। ਇਸ ਕਰਕੇ ਭਾਈ ਗੁਰਦਾਸ ਜੀ ਕਹਿੰਦੇ ਨੇ, ਤੈਸੇ ਘਟ ਘਟ ਵਿਖੈ ਪੂਰਨ ਬ੍ਰਹਮ ਰੂਪ, ਕਰਤ ਪ੍ਰਤਿਅਛ ਮਹਾਂਪੁਰਖ ਮਨਾਇਕ ਹੈ। ਕਹਿੰਦੇ ਉਹ ਪ੍ਰਤੱਖ ਤਾਂ ਹੋਊ ਜੇ ਤੁਸੀਂ ਮਹਾਂਪੁਰਖ ਦੀ ਖੁਸ਼ੀ ਲੈ ਲਓਗੇ, ਕਿਉਂਕਿ ਉਹ ਮਿਲੇ ਹੋਏ ਨੇ ਸਾਧ ਸੰਗਤ ਜੀ ਨੂੰ। ਆਪ ਨੂੰ ਰਸਤਾ ਪਤਾ ਹੀ ਨਹੀਂ, ਉਹ ਦੂਜੇ ਨੂੰ ਕਿਵੇਂ ਦੱਸੂ ਵੀ ਇੱਧਰ ਨੂੰ ਜਾ ਕਿੱਥੇ ਪਹੁੰਚੇਗਾ। ਜਿਹੜਾ ਹੁਣ ਆਪ ਪਹਿਲਾਂ ਚੱਲਿਆ ਹੋਇਆ, ਜਿਹਨੂੰ ਪਤਾ ਭੇਤ ਹੈ ਸਾਧ ਸੰਗਤ, ਉਹੀ ਦੱਸੂ ਨਾ। ਹੁਣ ਇੱਥੋਂ ਸੰਗਰੂਰ ਨੂੰ ਜਾਣਾ ਹੋਵੇ, ਹੈ ਤਾਂ ਰੋਡ ਸਿੱਧਾ ਹੀ ਸਾਧ ਸੰਗਤ, ਪਰ ਹੁਣ ਜਿਹੜਾ ਬੰਦਾ ਲੁਧਿਆਣੇ ਰਹਿੰਦਾ ਹੈ, ਉਹਨੂੰ ਕਦੇ ਕੋਈ ਆਇਆ ਨਹੀਂ, ਉਹਨੂੰ ਪੁੱਛੀਏ ਵੀ ਸੰਗਰੂਰ ਕਿੱਧਰ ਹੈ, ਉਹਨੂੰ ਕੋਈ ਪਤਾ ਹੀ ਨਹੀਂ ਸਾਧ ਸੰਗਤ। ਇਸ ਕਰਕੇ ਜਿਹੜੇ ਆਪ ਇਹਨਾਂ ਗੱਲਾਂ ਦੇ ਵਿੱਚੋਂ ਲੰਘੇ, ਜਿਨ੍ਹਾਂ ਨੇ ਪ੍ਰੈਕਟੀਕਲ ਕੀਤੇ ਹੋਏ ਨੇ ਸਾਧ ਸੰਗਤ ਜੀ, ਉਹ ਦੱਸ ਸਕਦੇ। ਆਪਣੇ ਹਜੇ ਇੰਨੇ ਉੱਚੇ ਜੀਵਨ ਨਹੀਂ ਹੋਏ ਸਾਧ ਸੰਗਤ ਜੀ। ਬੀਜ ਨਾਸ਼ ਤਾਂ ਹੁੰਦਾ ਨਹੀਂ ਕਿਸੇ ਵੀ ਚੀਜ਼ ਦਾ, ਪਰ ਹੌਲੀ ਹੌਲੀ ਗਿਣਤੀ ਇੱਕ ਤੋਂ ਸ਼ੁਰੂ ਹੁੰਦੀ ਹੈ ਸਾਧ ਸੰਗਤ ਜੀ, ਇੱਕ ਤੋਂ ਲਾ ਕੇ ਫੇਰ 100 ਤੱਕ ਜਾਂਦੀ ਹੈ। ਇਸ ਕਰਕੇ ਜਿੰਨੀ
ਮਹਾਂਪੁਰਖਾਂ ਦੀ ਕਹਿੰਦੇ ਖੁਸ਼ੀ ਲੈ ਲਓਗੇ ਉਨੀ ਤੁਹਾਡੇ ਤੇ ਕਿਰਪਾ ਹੋ ਜਾਣੀ ਹੈ। ਆਪਣਾ ਸਮਾਂ ਉੱਪਰ ਹੋ ਗਿਆ, ਖਿਮਾ ਕਰਨਾ। ਭਾਈ ਗੁਰਦਾਸ ਸਾਹਿਬ ਜੀ ਨੇ ਇਹ ਬਚਨ ਕੀਤੇ ਨੇ ਵੀ ਉਹ ਪ੍ਰਤੱਖ ਖੁਸ਼ੀਆਂ ਤਾਂ ਮਿਲਣੀਆਂ ਨੇ ਜੇ ਕਿਸੇ ਪੂਰਨ ਮਹਾਂਪੁਰਖ ਦੀ ਤੁਸੀਂ ਖੁਸ਼ੀ ਲੈ ਲਓਗੇ। ਇਸ ਕਰਕੇ ਸਾਧ ਸੰਗਤ ਜੀ ਆਪਣੇ ਤਾਂ ਬਹੁਤ ਵੱਡੇ ਭਾਗ ਨੇ, ਆਪਾਂ ਨੂੰ ਐਸੇ ਪੂਰਨ ਮਹਾਂਪੁਰਖਾਂ ਦਾ ਸਥਾਨ ਮਿਲਿਆ ਸੇਵਾ ਕਰਨ ਵਾਸਤੇ, ਸਤ ਸੰਗਤ ਮਿਲੀ ਹੈ ਕਰਨ ਵਾਸਤੇ, ਮਹਾਂਪੁਰਖ ਪੂਰਨ ਸੰਗਤ ਪ੍ਰਾਪਤ ਹੋਈ ਹੈ। ਮਹਾਰਾਜ ਜੀ ਕਿਰਪਾ ਕਰਨ, ਇਹ ਸਾਰੀ ਸੰਗਤ, ਇਹ ਸਾਰੀ ਸੇਵਾ ਇਸੇ ਤਰ੍ਹਾਂ ਆਪਾਂ ਤੋਂ ਕਰਾ ਲੈਣ ਔਰ ਆਪਣਾ ਵੀ ਜੀਵਨ ਸਫਲ ਹੋਵੇ ਜੀ। ਕੋਟਾਨ ਕੋਟ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਔਰ ਸੰਤ ਬਾਬਾ ਅਮਰ ਸਿੰਘ ਜੀ ਦਾ। ਆਪਣੇ ਪਾਸ ਸਤਿਕਾਰਯੋਗ ਜਥੇ ਦੇ ਮੁਖੀ ਬਾਬਾ ਬਲਦੇਵ ਸਿੰਘ ਜੀ ਆਏ ਨੇ। ਸਾਰੀ ਸੰਗਤ ਨੇ, ਰਾੜਾ ਸਾਹਿਬ ਵਾਲੇ ਮਹਾਂਪੁਰਖ ਸੰਤ ਬਾਬਾ ਬਲਜਿੰਦਰ ਸਿੰਘ ਜੀ ਜੋ ਕਿ ਸਰੀਰ ਕਰਕੇ ਹਾਜ਼ਰ ਨਹੀਂ ਹਨ, ਉਹਨਾਂ ਦੀ ਹਾਜ਼ਰੀ ਵੀ ਬਾਬਾ ਬਲਦੇਵ ਸਿੰਘ ਜੀ ਨੇ ਲਗਾਉਣੀ ਹੈ। ਸਾਰੀ ਸੰਗਤ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਬਹੁਤ ਹੀ ਸਤਿਕਾਰਯੋਗ ਭਾਈ ਮਨਵੀਰ ਸਿੰਘ ਜੀ ਰਾੜਾ ਸਾਹਿਬ ਵਾਲੇ, ਜੋ ਗੁਰਮਤਿ ਵਿਚਾਰਾਂ ਦੁਆਰਾ ਸੰਗਤਾਂ ਨੂੰ ਨਿਹਾਲ ਕਰ ਰਹੇ ਸਨ। ਬਹੁਤ ਬਹੁਤ ਧੰਨਵਾਦ ਮਹਾਂਪੁਰਖਾਂ ਵੱਲੋਂ। ਅਤੇ ਬੇਨਤੀ ਕਰਦੇ ਹਾਂ ਬਾਬਾ ਮਨਜੀਤ ਸਿੰਘ ਜੀ ਨੂੰ ਕਿ ਗੁਰੂ ਘਰ ਦੀ ਬਖਸ਼ਿਸ਼ ਸਰੋਪਾ ਦੇਣ ਦੀ ਕਿਰਪਾਲਤਾ ਕਰਨ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਆਓ ਹੁਣ ਛੋਟਾ ਜਿਹਾ ਭਜੰਗੀ ਜਸਕਰਨ ਸਿੰਘ ਦੋ ਧਾਰਨਾ ਪੜ੍ਹ ਕੇ ਸੰਗਤਾਂ ਨੂੰ ਨਿਹਾਲ ਕਰਨਗੇ। ਭਾਈ ਜਸਕਰਨ ਸਿੰਘ ਜੀ ਦੋ ਧਾਰਨਾ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਨ੍ਹਾਂ ਤੇ ਜਗਤ ਤਰ ਜਾਵੇ, ਤਨ ਤਨ ਆਉਣਾ ਉਹਨਾਂ ਦਾ। ਜਿਨ੍ਹਾਂ ਤੇ ਜਗਤ ਤਰ ਜਾਵੇ, ਤਨ ਤਨ ਆਉਣਾ ਉਹਨਾਂ ਦਾ। ਜਿਨ੍ਹਾਂ ਤੇ ਜਗਤ ਤਰ ਜਾਵੇ, ਅਗਤ ਤਰ ਜਾਵੇ, ਤਨ ਤਨ ਆਉਣਾ ਉਹਨਾਂ ਦਾ। ਜਿਨ੍ਹਾਂ ਆਇਆ ਤੇ ਜਗਤ ਤਰ ਜਾਵੇ, ਤਨ ਤਨ ਆਉਣਾ ਉਹਨਾਂ ਦਾ। ਤਨ ਤਨ ਜੀ ਆਉਣਾ ਉਹਨਾਂ ਦਾ, ਤਨ ਤਨ ਜੀ ਆਉਣਾ ਉਹਨਾਂ ਦਾ। ਤਨ ਤਨ ਜੀ ਆਉਣਾ ਉਹਨਾਂ ਦਾ, ਤਨ ਤਨ ਜੀ ਆਉਣਾ ਉਹਨਾਂ ਦਾ।
तेरा जस लिखिया ना जावे लखा मना कागजां ते तेरा जस लिखिया ना जावे लखा मना कागजां ते तेरा जस लिखिया ना जावे लखा मना कागजां ते तेरा जस लिखिया ना जावे लखा मना कागजां ते लखा मना जी कागजां ते लखा मना जी कागजां ते तेरा जस लिखिया ना जावे तेरा जस लिखिया ना जावे ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਬਹੁਤ ਹੀ ਸਤਿਕਾਰਯੋਗ ਭਚੰਗੀ ਜਸਕਰਨ ਸਿੰਘ ਜੀ ਜੋ ਮਹਾਂਪੁਰਖਾਂ ਨੂੰ ਸਰਧਾ ਦੇ ਫੁੱਲ ਭੇਟ ਕਰ ਰਹੇ ਸਨ। ਬਹੁਤ ਬਹੁਤ ਧੰਨਵਾਦ।